ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ IAS ਅਧਿਕਾਰੀ ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਰਨਾਲ ਦੇ ਵਿੱਚ ਜੋ ਕੁਝ ਹੋਇਆ, ਕਿਸਾਨਾਂ ਤੇ ਲਾਠੀ ਚਾਰਜ, ਉਹਦੇ ਵਿੱਚ ਇੱਕ IAS ਅਧਿਕਾਰੀ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਿਰ ਪਾੜ ਦਿਓ। ਇੱਕ IAS ਅਧਿਕਾਰੀ ਨੂੰ ਕਿੱਥੋਂ ਤੱਕ ਅਧਿਕਾਰ ਹੁੰਦੇ ਨੇ? ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਗੱਲ ਕਰਦੇ ਨੇ ਕਿ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਕਿੱਦਾਂ ਦੀ ਦਿੱਤੀ ਜਾਂਦੀ ਹੈ, ਕੀ ਕੁਝ ਹੁੰਦਾ ਪਰਦੇ ਦੇ ਪਿੱਛੇ, ਸਰਕਾਰ ਦਾ ਰੋਲ ਕਿੱਥੇ ਹੁੰਦਾ, ਜਦੋਂ ਬਾਅਦ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਜੀ ਪੁਲਿਸ ਤਾਂ ਅਣਪਛਾਤੀ ਸੀ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਢੰਗ ਦੇ ਨਾਲ ਇਸ ਕੜੀ ਨੂੰ ਜੋੜਿਆ ਗਿਆ। ਕਿਸਾਨ ਕਹਿੰਦੇ ਨੇ ਕਿ ਪ੍ਰੀ ਪਲਾਨਡ ਸੀ ਸਾਰਾ ਕੁਝ, ਜੋ ਕੁਝ ਉੱਥੇ ਕਿਸਾਨਾਂ ਦੇ ਨਾਲ ਹੋਇਆ, ਡਾਂਗ ਸੋਟਾ ਖੜਕਿਆ। ਜਿਹੜੇ IAS ਅਧਿਕਾਰੀ ਨੇ, SDM ਮੌਕੇ ਦੇ ਉੱਤੇ ਮੌਜੂਦ ਸਨ, ਉਹਨਾਂ ਨੇ, ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹਨਾਂ ਵੱਲੋਂ ਹੁਣ ਸਫਾਈਆਂ ਵੀ ਦਿੱਤੀਆਂ ਜਾ ਰਹੀਆਂ ਕਿ ਐਕਸ਼ਨ ਹੁੰਦਾ ਹੈ, ਅਸੀਂ ਕਿਸ ਢੰਗ ਦੇ ਨਾਲ ਕਰਨਾ ਹੈ। ਕਦੇ ਅਸੀਂ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਹੈ, ਫਿਰ ਅਥਰੂ ਗੈਸ ਦੇ ਗੋਲਿਆਂ ਦੀ ਗੱਲ ਹੁੰਦੀ ਹੈ, ਫਿਰ ਉਸ ਤੋਂ ਬਾਅਦ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਕਿ ਅੱਗੋਂ ਕਿਸ ਤਰ੍ਹਾਂ ਦਾ ਕੋਈ ਪੱਥਰ ਮਾਰ ਰਿਹਾ ਤਾਂ ਉਹਨੂੰ ਕਿੱਦਾਂ ਦਾ ਜਵਾਬ ਦੇਣਾ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਾਨੂੰਨੀ ਤੌਰ ਤੇ ਇਹ ਕਿੱਥੇ ਤੱਕ ਜਾਇਜ਼ ਹੈ। ਤੁਹਾਡਾ ਸਵਾਗਤ ਹੈ ਗੁਰਤੇਜ ਸਿੰਘ ਜੀ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਤੁਹਾਡੇ ਦਰਸ਼ਕਾਂ ਨੂੰ। ਜੀ ਸਤਿ ਸ੍ਰੀ ਅਕਾਲ। ਗੁਰਤੇਜ ਸਿੰਘ ਜੀ, ਕਿੱਦਾਂ ਦੇਖਦੇ ਹੋ ਇੱਕ IAS ਅਧਿਕਾਰੀ ਵੱਲੋਂ ਇਸ ਤਰ੍ਹਾਂ ਦੇ ਆਰਡਰ ਦੇਣਾ? ਸਭ ਤੋਂ ਪਹਿਲਾਂ ਟ੍ਰੇਨਿੰਗ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ ਕਿ ਕੀ ਟ੍ਰੇਨਿੰਗ ਦੇ ਵਿੱਚ ਕੀ ਕੁਝ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਹੈਂਡਲ ਕਰਨਾ ਹੁੰਦਾ ਹੈ ਜਦੋਂ ਇਦਾਂ ਦੇ ਵਿਰੋਧ ਪ੍ਰਦਰਸ਼ਨ ਹੁੰਦੇ ਨੇ? ਸੁਖਵਿੰਦਰ ਜੀ, ਟ੍ਰੇਨਿੰਗ ਮੈਂ 2 ਵਾਰੀ ਕੀਤੀ ਹੈ ਅਕੈਡਮੀ ਦੀ। IPS ਵਾਸਤੇ ਪਹਿਲਾਂ ਮੈਂ IPS ਦੇ ਵਿੱਚ ਸੀ, ਉਸ ਵੇਲੇ ਵੀ ਪੂਰੀ ਟ੍ਰੇਨਿੰਗ ਕੀਤੀ IPS ਦੀ, ਤੇ ਉਸ ਤੋਂ ਬਾਅਦ ਮੈਂ IAS ਦੀ ਟ੍ਰੇਨਿੰਗ ਕੀਤੀ। ਸੋ 2 ਵਾਰ ਮੈਂ ਅਕੈਡਮੀ ਦੇ ਵਿੱਚ ਟ੍ਰੇਨਿੰਗ ਕੀਤੀ ਹੈ ਮੁਕੰਮਲ। ਤੇ ਕੋਈ ਇਸ ਤਰ੍ਹਾਂ ਦੇ ਇੰਸਟਰਕਸ਼ਨਸ ਨਹੀਂ ਹੁੰਦੇ ਵੀ ਜਾ ਕੇ ਤੁਸੀਂ ਸਿੱਧਾ ਹੀ ਲੋਕਾਂ ਦੇ ਉੱਤੇ ਲਾਠੀ ਚਾਰਜ ਕਰਦੇ ਹੋ, ਉਹਨਾਂ ਨੂੰ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿਓ। ਇਹੋ ਜਿਹੇ ਕੋਈ ਇੰਸਟਰਕਸ਼ਨਸ ਨਹੀਂ ਹੁੰਦੇ, ਨਾ ਕੋਈ ਉੱਥੇ ਇਸ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ। ਇਹ ਸਭ ਤੋਂ ਪਹਿਲਾਂ ਤੁਹਾਨੂੰ ਸੰਵਿਧਾਨ ਦੀ, ਆਇਨ ਦੀ ਕਸਮ ਖਵਾਈ ਜਾਂਦੀ ਹੈ ਕਿ ਤੁਸੀਂ ਇਸ ਦੇ ਅਨੁਸਾਰ ਕੰਮ ਕਰੋਗੇ। ਸਾਰੀ ਦੁਨੀਆ ਦੇ ਉੱਤੇ ਇਹੋ ਹੀ ਦਸਤੂਰ ਹੈ ਕਿ ਜੋ ਵੀ ਮੁਲਕ ਦਾ ਕਾਨੂੰਨ ਹੁੰਦਾ ਹੈ ਉਸ ਦੇ ਅਨੁਸਾਰ ਬਿਊਰੋਕਰੇਸੀ ਨੇ ਕੰਮ ਕਰਨਾ ਹੁੰਦਾ ਹੈ। ਇਹ ਲੋਕ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਜਿਹੜੇ ਕੰਮ ਕਰਦੇ ਨੇ ਜਾਂ ਜਿਹੜੇ ਉਸ ਨੂੰ ਨਜ਼ਰਅੰਦਾਜ਼ ਕਰਕੇ ਕੰਮ ਕਰਦੇ ਨੇ, ਉਹ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ। ਤੇ ਨਿਊਰਮਬਰਗ ਟ੍ਰਾਇਲ ਦੇ ਵਿੱਚ ਇਹੀ ਕੁਝ ਤੈਅ ਹੋਇਆ ਸੀਗਾ। ਨਾਜ਼ੀ ਜਿਨ੍ਹਾਂ ਨੇ ਹਿਟਲਰ ਦੇ ਅਧੀਨ ਲੋਕਾਂ ਨੂੰ ਮਾਰਿਆ ਸੀ, ਉਹ ਕਹਿ ਰਹੇ ਸਨ ਕਿ ਸਾਨੂੰ ਤਾਂ ਜੀ ਹੁਕਮ ਹੋਏ ਹੈ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਨਿਊਰਮਬਰਗ ਟ੍ਰਾਇਲ ਸੀ ਸਿਰਫ ਇਹ ਡਿਸਾਈਡ ਕਰਨ ਵਾਸਤੇ ਸੀ ਕਿ ਭਾਈ ਜੇ ਉਤਲੇ ਤੁਹਾਨੂੰ ਗਲਤ ਹੁਕਮ ਦੇਣ ਤਾਂ ਤੁਸੀਂ ਉਸ ਨੂੰ ਮੰਨਣਾ ਹੈ ਕਿ ਤੁਸੀਂ ਕਾਨੂੰਨ ਨੂੰ ਮੰਨਣਾ ਹੈ। ਸੋ ਇਹ ਕਾਨੂੰਨ ਦੇ ਨਾਲ ਸਾਰਾ ਕੁਝ ਚੱਲਦਾ ਹੈ, ਜਿਸ ਦੀ ਤੁਸੀਂ ਸਹੁੰ ਖਾਂਦੇ ਹੋ ਔਰ ਜਿਸ ਦੇ ਸਹਾਰੇ ਦੇ ਉੱਤੇ ਤੁਹਾਡਾ ਸਮਾਜ ਸਾਰਾ ਖੜਾ ਹੁੰਦਾ ਹੈ। ਉਸ ਦੀ ਨੀਂਹ ਹੁੰਦੀ ਹੈ ਕਾਨੂੰਨ ਤੇ ਆਇਨ। ਤਾਂ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦੇ ਇੰਸਟਰਕਸ਼ਨਸ ਨਹੀਂ ਹੁੰਦੇ ਕਿ ਤੁਸੀਂ ਜਿਸ ਤਰ੍ਹਾਂ ਜਿਹਨੂੰ ਮਰਜ਼ੀ ਡਾਂਗਾ ਮਾਰੋ ਔਰ ਜੋ ਮਰਜ਼ੀ ਕਰੋ। ਇਹ ਇੱਕ ਅਕਸਰ ਬਿਊਰੋਕਰੇਸੀ ਕੀ ਹੈ? ਬਿਊਰੋਕਰੇਸੀ ਸਾਡੀ ਨੌਕਰ ਹੈ। ਅਸੀਂ ਉਹਨਾਂ ਲੋਕਾਂ ਨੂੰ ਤਨਖਾਹ ਦਿੰਦੇ ਹਾਂ ਤੇ ਉਹ ਸਾਡੀ ਸੇਵਾ ਕਰਦੇ ਨੇ। ਉਹ ਜਿੰਨੇ ਵੀ ਜੇ ਕੋਈ ਸਾਨੂੰ ਮੁਸ਼ਕਿਲ ਹੈ ਤਾਂ ਉਸ ਨੂੰ ਹੱਲ ਕਰਨਾ ਉਹਨਾਂ ਨੇ। ਉਹ ਇਹ ਨਹੀਂ ਹੈਗਾ ਕਿ ਉਹਨਾਂ ਨੇ ਸਾਡੇ ਉੱਤੇ ਹਮਲੇ ਹੀ ਕਰੀ ਰੱਖਣਾ ਤੇ ਡਾਂਗਾ ਹੀ ਵਰਾਈ ਜਾਣੀ ਹੈ। ਇਹ ਇਸ ਤਰ੍ਹਾਂ ਦੀ ਕੋਈ ਬਿਊਰੋਕਰੇਸੀ ਨਹੀਂ ਹੁੰਦੀ ਸੰਸਾਰ ਦੇ ਵਿੱਚ ਜਿਹਨੂੰ ਕੋਈ ਪੈਸੇ ਦੇ ਕੇ ਪਾਲੇ ਵੀ ਸਾਡੇ ਛਿੱਤਰ ਮਾਰੋ ਤੁਸੀਂ। ਸੋ ਇਹ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਜੀ ਮੈਂ ਤਾਂ ਇੱਕ ਇਸ ਤਰ੍ਹਾਂ ਨਹੀਂ ਕੀਤਾ, ਇਹ ਗਲਤ ਹੈ। ਆਪਾਂ ਉਹ ਸਾਰੇ ਵੀਡੀਓਜ਼ ਵਗੈਰਾ ਸੁਣੇ ਹੋਏ ਨੇ। ਜੀ ਗੁਰਤੇਜ ਸਿੰਘ ਜੀ, ਜਦੋਂ ਮਤਲਬ ਕਿ ਕਿਸੇ ਵੀ ਵਿਰੋਧ ਪ੍ਰਦਰਸ਼ਨ ਨੂੰ ਰੋਕਣਾ ਹੈ ਤਾਂ ਉੱਥੇ SDM ਦੀ ਭੂਮਿਕਾ ਇੱਕ ਵੱਡੀ ਹੁੰਦੀ ਹੈ ਕਿ ਉਹਦੇ ਆਰਡਰਾਂ ਦੇ ਉੱਤੇ ਕੀ ਹੋ ਰਿਹਾ, ਜਾਂ ਪੁਲਿਸ ਕੀ ਆਪਣੇ ਤੌਰ ਦੇ ਉੱਤੇ ਪੁਲਿਸ ਇਹੋ ਜਿਹਾ ਐਕਸ਼ਨ ਲੈ ਸਕਦੀ ਹੈ ਇਕੱਲਿਆਂ ਤੌਰ ਦੇ ਉੱਤੇ SDM ਦੇ ਆਰਡਰ ਨੂੰ ਦਰਕਿਨਾਰ ਕਰਕੇ ਵੀ ਕਿ ਅਸੀਂ ਤਾਂ ਜੀ ਡਾਂਗ ਸੋਟਾ ਖੜਕਾ ਦਿੱਤਾ ਜਦੋਂ ਗੱਲ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੀ ਹੁੰਦੀ ਹੈ? ਦੇਖੋ, ਵਿਰੋਧ ਕਰਨਾ, ਵਿਰੋਧ ਦੇ ਵਿੱਚ ਇਹ ਸੜਕਾਂ ਦੇ ਉੱਤੇ ਆਉਣਾ ਔਰ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕੀਤਾ ਇੱਥੇ ਉਹ ਵਿਖਾਵਾ ਕਰਨਾ, ਇਹ ਲੋਕਾਂ ਦਾ ਹੱਕ ਹੈ ਔਰ ਇਹ ਕਾਨੂੰਨੀ ਹੱਕ ਹੈ। ਇਹ ਹੱਕ ਇਹਨਾਂ ਨੂੰ ਸੰਵਿਧਾਨ ਨੇ, ਆਇਨ ਨੇ, ਮੁਲਕ ਦੇ ਕਾਨੂੰਨ ਨੇ ਦਿੱਤਾ ਹੋਇਆ ਹੈ। ਇਹ ਕਿਸੇ ਐਰੇ ਗਹਿਰੇ ਨੱਥੂ ਖੈਰੇ ਦੇ ਕੋਈ ਇਸ ਨੂੰ ਅਮੈਂਡ ਨਹੀਂ ਕਰ ਸਕਦਾ। ਇਸ ਨੂੰ ਕੋਈ ਆਪਣੇ ਮਰਜ਼ੀ ਦੇ ਨਾਲ
ਇਸ ਨੂੰ ਕੋਈ ਇਹ ਕਵੇ ਜੀ ਮੈਂ ਬਰਖਾਸਤ ਕਰਦਾ, ਇਹ ਹੱਕ ਲੋਕਾਂ ਦਾ ਉਹ ਨਹੀਂ ਕਰ ਸਕਦਾ। ਸੋ ਕਾਨੂੰਨ ਦੇ ਵਿੱਚ ਕੀ ਹੈ, ਕਾਨੂੰਨ ਦੇ ਵਿੱਚ ਇਹ ਹੈ ਕਿ ਤੁਸੀਂ ਜਿਸ ਵੇਲੇ ਦੇਖਣਾ ਹੈ ਕਿ ਭੀੜ ਕੋਈ ਉੱਥੇ ਹੈ ਤੇ ਉਸ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਇਸ ਤਰ੍ਹਾਂ ਦਾ ਜਾਂ 144 ਦੀ ਉੱਥੇ ਲੱਗਿਆ ਹੋਇਆ ਤੇ ਉਸ ਦੇ ਵਿੱਚ ਭੀੜ ਇਕੱਠੀ ਹੋ ਗਈ ਹੈ, 4 ਤੋਂ ਵੱਧ ਬੰਦੇ ਇੱਕ ਜਗ੍ਹਾ ਦੇ ਉੱਤੇ ਖੜੇ ਹੋ ਗਏ ਨੇ, ਤਾਂ ਤੁਸੀਂ ਉਹਨਾਂ ਨੂੰ ਖਦੇੜਨਾ ਹੈ। ਅੱਛਾ, ਪਹਿਲੀ ਗੱਲ ਇਹ ਹੁੰਦੀ ਹੈ ਕਿ ਜਿੰਨੀ ਵੀ ਜੋ ਵੀ ਮਰਜ਼ੀ ਸਿਚੁਏਸ਼ਨ ਹੋਵੇ ਉਸ ਦੇ ਵਿੱਚ ਘੱਟ ਤੋਂ ਘੱਟ ਤੁਸੀਂ ਤਾਕਤ ਵਰਤਣੀ ਹੈ। ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਤੁਸੀਂ ਲੋਕਾਂ ਨੂੰ ਕਹੋਗੇ, ਲਾਊਡ ਸਪੀਕਰ ਦੇ ਉੱਤੇ ਵਾਰਨਿੰਗ ਦਿਓਗੇ ਕਿ ਤੁਸੀਂ 144 ਦਫਾ ਦੀ ਉਲੰਘਣਾ ਦੇ ਵਿੱਚ ਇਕੱਠੇ ਹੋਏ ਹੋ, ਇਹ ਮਨਜ਼ੂਰ ਨਹੀਂ, ਇਹ ਅਮਨ ਨੂੰ ਤੇ ਚੈਨ ਨੂੰ ਖਤਰਾ ਹੈ, ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਛੱਡ ਕੇ ਚਲੇ ਜਾਓ, ਪਾਸੇ ਹੋ ਜਾਓ, ਇਹ ਭੀੜ ਜਿਹੜੀ ਹੈ ਤਿੱਤਰ ਬਿੱਤਰ ਹੋ ਜਾਏ। ਇਹ ਇਸ ਤਰ੍ਹਾਂ ਦੀ ਅਨਾਉਂਸਮੈਂਟ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਜੇ ਉਹ ਭੀੜ ਇਸ ਦੇ ਉੱਤੇ ਉਤਾਰੂ ਹੋਵੇ ਕਿ ਜੀ ਨਹੀਂ ਅਸੀਂ ਤਾਂ ਇੱਕ ਡੈਮੋਨਸਟ੍ਰੇਸ਼ਨ ਕਰਨਾ ਹੀ ਹੈ ਤੇ ਉਹ ਉਸ ਦੇ ਕੋਲੋਂ ਅਮਨ ਚੈਨ ਨੂੰ ਖਤਰਾ ਹੋਵੇ। ਹੁਣ ਇਹ ਜਿਹੜਾ ਮਸਲਾ ਸੀਗਾ ਇਹ ਇੱਕ ਟੋਲ ਪਲਾਜ਼ਾ ਦੇ ਉੱਤੇ ਹੈ। ਅਮਨ ਚੈਨ ਨੂੰ ਖਤਰੇ ਦਾ ਮਤਲਬ ਹੁੰਦਾ ਵੀ ਲੋਕਾਂ ਨੂੰ ਬਾਹਰ ਦੂਸਰਿਆਂ ਨੂੰ ਜਿਹੜੇ ਕਿ ਇਸ ਭੀੜ ਦਾ ਹਿੱਸਾ ਨਹੀਂ ਉਹਨਾਂ ਨੂੰ ਖਤਰਾ ਹੋਵੇ। ਉੱਥੇ ਤਾਂ ਕੋਈ ਲੋਕ ਹੀ ਹੈ ਨਹੀਂ ਹੋਰ, ਜਿੱਥੋਂ ਤੱਕ ਮੈਂ ਵੀਡੀਓ ਦੇਖਿਆ। ਔਰ ਜੇ ਉੱਥੇ ਕੋਈ ਪ੍ਰਾਪਰਟੀ ਹੋਵੇ ਜਿਸ ਨੂੰ ਭੀੜ ਤੋਂ ਖਤਰਾ ਹੋਵੇ ਕਿ ਇਹ ਇਸ ਨੂੰ ਨੁਕਸਾਨ ਪਹੁੰਚਾਏਗੀ, ਤਾਂ ਫਿਰ ਉਸ ਦੇ ਵਾਸਤੇ ਕੁਝ ਅਥਰੂ ਗੈਸ ਛੱਡੇ ਜਾਂਦੇ ਨੇ ਕਿ ਜੀ ਤੁਸੀਂ ਇਸ ਪ੍ਰਾਪਰਟੀ ਦੇ ਨੇੜੇ ਨਹੀਂ ਜਾਣਾ, ਤੁਸੀਂ ਇਸ ਦਾ ਕੋਈ ਨੁਕਸਾਨ ਨਹੀਂ ਕਰਨਾ, ਤਾਂ ਕਿ ਉਹ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ, ਇਸ ਵਾਸਤੇ ਅਥਰੂ ਗੈਸ ਛੱਡੀ ਜਾਂਦੀ ਹੈ। ਇਹ ਜੇ ਲੋਕ ਸੜਕ ਦੇ ਉੱਤੇ ਬੈਠੇ ਨੇ ਤੇ ਉਹਨਾਂ ਦੇ ਉੱਤੇ ਉਹ ਕਿਸੇ ਪ੍ਰਾਪਰਟੀ ਦਾ ਕਿਸੇ ਦੀ ਕੋਈ ਉੱਥੇ ਕੋਈ ਹੈ ਚੀਜ਼ ਤੇ ਉਸ ਦਾ ਨੁਕਸਾਨ ਨਹੀਂ ਕਰ ਰਹੇ, ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਛੱਡਣ ਦਾ ਵੀ ਕੋਈ ਅਧਿਕਾਰ ਨਹੀਂ ਬਣਦਾ ਪੁਲਿਸ ਦਾ। ਪੁਲਿਸ ਆਪਣੇ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਕੋਈ ਕੰਮ ਨਹੀਂ ਕਰ ਸਕਦੀ ਕਿ ਜਿਹੜਾ ਮੈਜਿਸਟ੍ਰੇਟ ਦੀ ਮਰਜ਼ੀ ਦੇ ਬਰਖਲਾਫ ਹੋਵੇ। ਮੌਕੇ ਦੇ ਉੱਤੇ ਮੈਜਿਸਟ੍ਰੇਟ ਹੁੰਦਾ ਹੈ, ਉਸ ਨੂੰ ਪੁੱਛਿਆ ਜਾਂਦਾ ਹੈ ਕਿ ਜੀ ਹੁਣ ਆਹ ਸਿਚੁਏਸ਼ਨ ਆ ਗਿਆ, ਇਸ ਹਾਲਾਤ ਦੇ ਵਿੱਚ ਅਸੀਂ ਕੀ ਕਰੀਏ, ਤਾਂ ਫਿਰ ਮੈਜਿਸਟ੍ਰੇਟ ਨੂੰ ਉਹ ਜਿਹੜਾ ਉਹਨਾਂ ਦਾ ਲਾਅ ਐਂਡ ਆਰਡਰ ਵਾਲਾ ਹੁੰਦਾ ਇੰਚਾਰਜ ਪੁਲਿਸ ਥਾਣੇ ਦਾ, ਉਹ ਬੇਨਤੀ ਕਰਦਾ ਜੀ ਹੁਣ ਸਾਨੂੰ ਹਵਾ ਦੇ ਵਿੱਚ ਗੋਲੀ ਚਲਾਉਣੀ ਪਏਗੀ। ਤਾਂ ਮੈਜਿਸਟ੍ਰੇਟ ਸਭ ਤੋਂ ਪਹਿਲਾਂ ਗੋਲੀ ਚਲਾਉਣ ਦਾ ਹੁਕਮ ਦਿੰਦਾ ਹਵਾ ਦੇ ਵਿੱਚ, ਜੇ ਕੋਈ ਬਹੁਤ ਖਤਰਾ ਹੋਵੇ ਵੱਡਾ। ਅੱਛਾ, ਔਰ ਜੋ ਉਹ ਵੀ ਉਹਦੇ ਵਿੱਚ ਸਪੈਸੀਫਾਈ ਕਰਦਾ ਹੈ ਕਿ ਇੰਨੀਆਂ ਗੋਲੀਆਂ ਚਲਾਉਣੀਆਂ, ਔਰ ਲਿਖ ਕੇ ਹੁਕਮ ਦਿੰਦਾ। ਇਸ ਤੋਂ ਬਾਅਦ ਜਦੋਂ ਇਹ ਖਤਰਾ ਇੰਨਾ ਵੱਧ ਜਾਏ ਕਿ ਜੀ ਭੀੜ ਕਾਬੂ ਦੇ ਵਿੱਚ ਹੀ ਨਾ ਆਵੇ, ਤਾਂ ਫਿਰ ਉਹ ਕਹਿ ਸਕਦਾ ਹੈ ਕਿ ਜੀ ਤੁਸੀਂ ਲਾਠੀ ਚਾਰਜ ਕਰੋ। ਜੇ ਇਹ ਡਾਂਗਾਂ ਸੋਟਿਆਂ ਦੇ ਨਾਲ ਵੀ ਕਾਬੂ ਨਾ ਆਵੇ, ਤਾਂ ਫਿਰ ਉਸ ਤੋਂ ਬਾਅਦ ਆਉਂਦੀ ਹੈ ਵਾਰੀ ਫਾਇਰ ਕਰਨ ਦੀ। ਔਰ ਉਹ ਜਿਹੜੀ ਗੋਲੀ ਚਲਾਉਣੀ ਹੈ ਉਸ ਦੇ ਵਿੱਚ ਵੀ ਉਹ ਸਪੈਸੀਫਿਕ ਹੁੰਦਾ ਹੈ ਕਿ ਜੀ ਇੰਨੀਆਂ ਗੋਲੀਆਂ ਚਲਾਉਣੀਆਂ ਨੇ, ਔਰ ਉਸ ਤੋਂ ਬਾਅਦ ਦੇਖਣਾ ਲੋਕਾਂ ਦਾ ਰਿਐਕਸ਼ਨ, ਫਿਰ ਦੁਬਾਰੇ ਫਿਰ ਆਰਡਰ ਜੇ ਹੋਰ ਲੋੜ ਪੈਂਦੀ ਹੈ। ਇੱਥੋਂ ਤੱਕ ਨੌਬਤ ਪਹੁੰਚਦੀ ਨਹੀਂ ਆਮ ਤੌਰ ਦੇ ਉੱਤੇ। ਆ ਤੁਸੀਂ ਪੰਚਕੂਲਾ ਦੇ ਵਿੱਚ ਦੇਖਿਆ ਸੀਗਾ ਪਿਛਲੀ ਵਾਰੀ ਜਦੋਂ ਰਾਮ ਰਹੀਮ ਵਾਲਾ ਮਸਲਾ ਹੋਇਆ ਸੀ, ਉੱਥੇ ਜੇ ਪਹਿਲਾਂ ਤੋਂ ਹੀ ਕਾਬੂ ਕੀਤਾ ਹੁੰਦਾ ਭੀੜ ਨੂੰ, ਤਾਂ ਇਹ ਐਕਚੁਅਲੀ ਜਿਹੜੇ ਹੁੰਦੇ ਆ ਸਿਆਸੀ ਮਾਲਕ, ਉਹ ਡਿਟਰਮਨ ਕਰਦੇ ਆ, ਉਹ ਫੈਸਲਾ ਕਰਦੇ ਨੇ, ਤੈਅ ਕਰਦੇ ਨੇ ਕਿ ਜੀ ਕਿੰਨੀ ਸਖਤੀ ਵਰਤਣੀ ਹੈ। ਔਰ ਉਹ ਸਖਤੀ ਵਰਤਣ ਵਾਸਤੇ ਪਹਿਲਾਂ ਹੀ ਪੁਲਿਸ ਨੂੰ ਹਦਾਇਤਾਂ ਹੁੰਦੀਆਂ ਨੇ। ਬਾਕੀ ਮੌਕੇ ਤੇ ਵੀ ਦਿੰਦੇ ਰਹਿੰਦੇ ਹੋਣਗੇ, ਇਸ ਦੇ ਬਾਰੇ ਤਾਂ ਖੈਰ ਅੱਜ ਕੱਲ੍ਹ ਮੋਬਾਈਲ ਫੋਨ ਹਰ ਇੱਕ ਕੋਲੇ ਹੈ ਤੇ ਉਹ ਸਾਰਾ ਕੁਛ ਆਪਾਂ ਨੂੰ ਪਤਾ ਹੈ। ਲੇਕਿਨ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਕਿ ਪੁਲਿਸ ਵਾਲਿਆਂ ਨੇ ਉਹ ਚਾਹੇ ਜੋ ਮਰਜ਼ੀ ਕਹਿ ਕੇ ਭੇਜ ਦੇਣ, ਲੇਕਿਨ ਪੁਲਿਸ ਵਾਲੇ ਨੇ ਜ਼ਰੂਰ ਉਹਨਾਂ ਦਾ ਹੁਕਮ ਮੰਨਣਾ, ਜਾਂ ਪੁਲਿਸ ਵਾਲੇ ਆਪਣਾ ਹੁਕਮ ਚਲਾ ਸਕਦੇ ਆ ਮੈਜਿਸਟ੍ਰੇਟ ਦੇ ਹੁੰਦਿਆਂ। ਇਸ ਤਰ੍ਹਾਂ ਦੀ ਕੋਈ ਤਜਵੀਜ਼ ਕਾਨੂੰਨ ਦੇ ਵਿੱਚ ਹੈ ਨਹੀਂ। ਔਰ ਜਿਹੜਾ ਵੀ ਪੁਲਿਸ ਵਾਲਾ, ਇਹ ਤਾਂ ਤੁਸੀਂ ਕਹਿੰਦੇ ਹੋ ਕਿ ਗੋਲੀ ਤੇ ਜੋ ਕੁਛ ਇਹਨਾਂ ਨੇ ਉੱਥੇ ਕੀਤਾ, ਲੋਕਾਂ ਦੇ ਸਿਰਾਂ ਦੇ ਵਿੱਚ ਮਾਰਿਆ, ਫਿਰ ਵੀ ਜਿਹੜਾ ਜੇ ਫਰਜ਼ ਕਰੋ ਉਹ ਕਹਿੰਦਾ ਲਾਠੀ ਚਾਰਜ ਵੀ ਕਰੋ, ਡਾਂਗਾਂ ਵੀ ਮਾਰੋ ਇਹਨਾਂ ਦੇ, ਤਾਂ ਪੁਲਿਸ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਸ ਆਦਮੀ ਨੂੰ ਡਿਸੇਬਲ ਕਰਨ, ਜਿਹੜਾ ਕਿ
ਬਹੁਤ ਜ਼ਿਆਦਾ ਫਤੂਰ ਮਚਾ ਰਿਹਾ, ਜਾਂ 5-10 ਜੋ ਵੀ ਭੀੜ ਦੇ ਵਿੱਚ ਲੋਕ ਆਉਣਗੇ ਜਿਹੜੇ ਜਿਨ੍ਹਾਂ ਤੋਂ ਜ਼ਿਆਦਾ ਖਤਰਾ, ਉਹਨਾਂ ਨੂੰ ਡਿਸੇਬਲ ਕਰਨ ਵਾਸਤੇ ਤੁਸੀਂ ਸਿਰ ਦੇ ਵਿੱਚ ਡਾਂਗ ਨਹੀਂ ਮਾਰਦੇ ਕਿਸੇ ਦੇ, ਤੁਸੀਂ ਉਹਦੇ ਪੈਰਾਂ ਦੇ ਉੱਤੇ, ਤੁਸੀਂ ਉਸਦੇ ਜੇ ਉਹਦੇ ਹੱਥ ਦੇ ਵਿੱਚ ਕੋਈ ਮਸ਼ਾਲ ਵਗੈਰਾ ਹੈਗੀ, ਮਾਚਿਸ ਵਗੈਰਾ, ਤਾਂ ਉਹ ਉਸ ਨੂੰ ਤੁਸੀਂ ਡਿਸੇਬਲ ਕਰਨਾ ਹੈ। ਇਹ ਨਹੀਂ ਹੈ ਕਿ ਤੁਸੀਂ ਜਾਂਦਿਆਂ ਸਾਰ ਨੱਕ ਦੇ ਉੱਤੇ ਡਾਂਗ ਮਾਰੋ, ਨੱਕ ਭੰਨ ਦਿਓ, ਸਿਰ ਦੇ ਉੱਤੇ ਡਾਂਗ ਮਾਰੋ, ਸਿਰ ਭੰਨ ਦਿਓ। ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਪੁਲਿਸ ਨਹੀਂ ਕਰ ਸਕਦੀ। ਔਰ ਜਿਹੜੀ ਇਹ ਪੁਲਿਸ ਨੂੰ ਆਪਣਾ ਖਤਰਾ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਕਾਨੂੰਨ ਦਾ ਰਾਜ ਹੈ, ਔਰ ਉਹ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਜਵਾਬ ਦੇਣਾ ਪਏਗਾ ਕਿ ਉਹਨਾਂ ਨੇ ਕਿਉਂ ਇਸ ਤਰ੍ਹਾਂ ਕੀਤਾ। ਲੇਕਿਨ ਇਹ ਪਿਛਲੇ ਸਮਿਆਂ 'ਚ ਅਸੀਂ ਦੇਖ ਰਹੇ ਹਾਂ ਕਿ ਪੁਲਿਸ ਤਕਰੀਬਨ ਉਹੀ ਰੋਲ ਅਦਾ ਕਰਨ ਲੱਗ ਪਈ ਹੈ ਜਿਹੜੀ ਕਿ 1947 ਤੋਂ ਪਹਿਲਾਂ ਸਾਡੇ ਬਰਖਲਾਫ ਕਰਦੀ ਸੀ। ਉਸ ਵੇਲੇ ਆਜ਼ਾਦੀ ਮੰਗਣ ਵਾਲਿਆਂ ਦੇ ਬਰਖਲਾਫ ਇਹ ਇਸ ਤਰ੍ਹਾਂ ਦਾ ਡਾਂਗਾ ਸੋਟੇ ਮਾਰਦੇ ਸਨ, ਤੇ ਹੁਣ ਗੁਲਾਮ ਕਰਨ ਵਾਸਤੇ ਲੋਕਾਂ ਨੂੰ ਡਾਂਗਾ ਸੋਟੇ ਚਲਾ ਰਹੇ ਨੇ। ਬਿਲਕੁਲ ਬਿਲਕੁਲ ਬਿਲਕੁਲ। ਗੁਰਤੇਜ ਸਿੰਘ ਜੀ, ਇੱਕ ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਐਕਸ਼ਨ ਲਿਆ ਜਾਂਦਾ, ਜਦੋਂ ਇਹ ਪੱਥਰਬਾਜ਼ੀ ਦੀ ਗੱਲ ਕਰਦੇ ਨੇ ਕਿ ਉਧਰੋਂ ਪੱਥਰਬਾਜ਼ੀ ਤੇ ਇਧਰੋਂ ਸਾਨੂੰ ਡਾਂਗ ਖੜਕਾਉਣੀ ਪਈ, ਜਦੋਂ ਇੱਕ SDM ਦੀ ਵੀਡੀਓ ਇਸ ਤਰ੍ਹਾਂ ਵਾਇਰਲ ਹੋਵੇ ਕਿ ਤੁਸੀਂ ਸਿਰ ਪਾੜ ਕੇ ਆ ਜਾਓ, ਸਾਰੇ ਅਧਿਕਾਰ ਮੈਂ ਤੁਹਾਨੂੰ ਦੇ ਦਿੱਤੇ ਨੇ, ਇਹ ਕਿੱਥੋਂ ਤੱਕ ਜਾਇਜ਼ ਹੈ ਤੇ ਇਹਨੂੰ ਕਾਨੂੰਨੀ ਘੇਰੇ ਦੇ ਵਿੱਚ ਕਿੱਦਾਂ ਲਿਆਂਦਾ ਜਾ ਸਕਦਾ? ਜਿਵੇਂ ਕਿਸਾਨ ਕਹਿ ਰਹੇ ਨੇ ਕਿ ਉਹਨੂੰ ਡਿਸਮਿਸ ਕਰੋ, ਬਰਖਾਸਤ ਕਰੋ, ਗੱਦੀ ਤੋਂ ਉਤਾਰ ਦਿਓ ਇਹੋ ਜਿਹੇ ਅਫਸਰ ਨੂੰ, ਤੇ ਜਦ ਕਿ ਦੂਜੇ ਪਾਸੇ ਆਵਾਜ਼ ਇਹੀ ਉੱਠਦੀ ਹੈ ਕਿ ਅਫਸਰਸ਼ਾਹੀ ਦੇ ਉੱਪਰ ਜਿਹੜੇ ਸਿਆਸਤਦਾਨ ਨੇ ਉਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਆਰਡਰ ਜਿਹੜੇ ਨੇ ਇਹਨਾਂ ਤੱਕ ਪਹੁੰਚਦੇ ਨੇ, ਇਸੇ ਕਰਕੇ ਸਾਰਾ ਕੁਝ ਵਾਪਰਦਾ। ਕਾਨੂੰਨੀ ਦਾਇਰੇ 'ਚ ਸਾਰਾ ਕੁਝ ਕਿੱਦਾਂ ਆ ਸਕਦਾ? ਦੇਖੋ, ਕਾਨੂੰਨੀ ਦਾਇਰੇ ਦੇ ਵਿੱਚ ਤਾਂ ਇਹ ਆ ਗਿਆ ਕਿ ਤੁਸੀਂ ਦੇਖਿਆ ਕਿ ਕਿਸਾਨਾਂ ਦੇ ਕੋਲ ਕੋਈ ਹਥਿਆਰ ਨਹੀਂ ਹਨ, ਉਹ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਕਿਸੇ ਦੀ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਕਿਸੇ ਬੰਦੇ ਨੂੰ ਨਹੀਂ ਮਾਰ ਰਹੇ, ਉਹ ਤਾਂ ਸਿਰਫ ਇੱਕ ਨਾਅਰੇ ਮਾਰ ਰਹੇ ਨੇ। ਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ, ਉਹਨਾਂ ਦੇ ਸਿਰ ਪਾੜਨੇ। ਔਰ ਜਿਹੜਾ ਇਹ ਆਰਡਰ ਹੈ SDM ਦਾ, ਉਸ ਉੱਥੇ ਹਾਲਤ ਨੂੰ ਵੇਖ ਕੇ ਆਰਡਰ ਨਹੀਂ ਦਿੱਤਾ ਗਿਆ। ਇਹ ਆਰਡਰ ਹਾਲਤ ਤੋਂ ਪਹਿਲਾਂ ਹੀ ਦਿੱਤਾ ਗਿਆ ਕਿ ਜੋ ਵੀ ਮਰਜ਼ੀ ਹਾਲਤ ਹੋਵੇ ਤੁਸੀਂ ਆਹ ਕਰਨਾ ਹੈ, ਉਹਨਾਂ ਦੇ ਸਿਰ ਪਾੜਨੇ ਹੈ। ਇਹ ਮੈਂ ਉਹ ਜੋ ਵੀਡੀਓ ਸੁਣਿਆ ਉਹਨਾਂ ਦਾ। ਔਰ ਜਿਹੜੀ ਜਗ੍ਹਾ ਦੇ ਉੱਤੇ ਆਰਡਰ ਦਿੱਤਾ ਗਿਆ, ਜਾਪਦਾ ਇਹ ਹੈ ਕਿ ਉਹ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਨੂੰ ਉੱਥੋਂ ਰਵਾਨਾ ਕਰਨ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਜਾਂ ਕਿਤੇ ਵੀ ਉਸ ਜਗ੍ਹਾ ਦੇ ਉੱਤੇ ਆਰਡਰ ਦਿੱਤਾ ਗਿਆ। ਇਹ ਮੈਜਿਸਟ੍ਰੇਟ ਨੂੰ ਮੌਕੇ ਦੇ ਉੱਤੇ ਦੇਖ ਕੇ ਅਸੈਸਮੈਂਟ ਕਰਨੀ ਪੈਂਦੀ ਹੈ ਕਿ ਕਿੰਨਾ ਕੁ ਖਤਰਾ ਹੈ ਭੀੜ ਦੇ ਕੋਲੋਂ, ਤੇ ਉਸ ਤੋਂ ਬਾਅਦ ਉਸਨੇ ਆਰਡਰ ਦੇਣਾ ਹੁੰਦਾ। ਤਾਂ ਇਹ ਆਰਡਰ ਜਿਹੜਾ ਆਇਆ ਹੈ, ਇਹ ਮੈਜਿਸਟ੍ਰੇਟ ਦਾ ਪਹਿਲਾਂ ਗਿਣਿਆ ਮਿਥਿਆ ਆਰਡਰ ਹੈ। ਇਸ ਦਾ ਲਾਅ ਐਂਡ ਆਰਡਰ ਦੇ ਨਾਲ, ਅਮਨ ਚੈਨ ਦੇ ਨਾਲ, ਕਾਨੂੰਨ ਦੇ ਨਾਲ ਕੋਈ ਤਾਲੁਕ ਨਹੀਂ। ਔਰ ਇਹ ਆਰਡਰ ਉਸਨੇ ਆਪਣੀ ਤੌਰ ਤੇ ਦਿੱਤਾ ਹੈ, ਤਾਂ ਇਹ ਬਹੁਤ ਮਾੜਾ ਆਰਡਰ ਹੈ। ਉਹ ਉਸ ਨੂੰ ਬਿਲਕੁਲ ਸਜ਼ਾ ਵੱਧ ਤੋਂ ਵੱਧ ਮਿਲਣੀ ਚਾਹੀਦੀ ਹੈ। ਜੇ ਉਸਨੇ ਆਰਡਰ ਕਿਸੇ ਦੇ ਕਹਿਣ ਦੇ ਉੱਤੇ, ਆਪਣੇ ਸਿਆਸੀ ਮਾਲਕਾਂ ਦੇ ਜਾਂ ਕਿਸੇ ਦੇ ਕਹਿਣ ਦੇ ਉੱਤੇ ਆਰਡਰ ਦਿੱਤਾ ਹੈ, ਤਾਂ ਫਿਰ ਉਸ ਤੋਂ ਵੀ ਮਾੜੀ ਗੱਲ ਹੈ ਕਿ ਉਸ ਨੂੰ ਆਪਣੇ ਅਧਿਕਾਰ ਵੀ ਨਹੀਂ ਪਤਾ ਕਿ ਮੈਂ ਕਾਨੂੰਨ ਦੇ ਬਰਖਲਾਫ ਕਿਸੇ ਦੀ ਗੱਲ ਨਹੀਂ ਮੰਨ ਸਕਦਾ। ਜਿੱਥੇ ਲੋਕਾਂ ਦਾ ਇੰਨੇ ਲੋਕ ਇਕੱਠੇ ਹੋਏ ਹੋਣ, ਉਹਨਾਂ ਦੇ ਉੱਤੇ ਇਹਨਾਂ ਨੂੰ ਆਪਣੇ ਪੁਲਿਸ ਵਾਲਿਆਂ ਨੂੰ ਛੱਡ ਕੇ ਔਰ ਪੂਰੀ ਉਹਨਾਂ ਦੀ ਉਹਨਾਂ ਨੂੰ ਅਧਿਕਾਰ ਦੇ ਕੇ ਜੋ ਮਰਜ਼ੀ ਕਰਨ, ਇਹੋ ਜਿਹੇ ਆਰਡਰ, ਯਾਨੀ ਇਹ ਡਬਲ, ਫਿਰ ਉਸ ਤੋਂ ਵੀ ਵੱਧ ਉਹ ਗੈਰ ਜ਼ਿੰਮੇਵਾਰਾਨਾ ਉਸ ਦਾ ਵਤੀਰਾ ਹੈ। ਤਾਂ ਇਸ ਦੇ ਵਿੱਚ ਇਹ ਤਾਂ ਸ਼ੱਕ ਨਹੀਂ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਵਾਜਬ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਹਿੰਦੇ ਆ ਕਿ 3 ਸਾਲ ਦਾ ਸਿਰਫ ਉਹਦਾ 3 ਸਾਲ ਦਾ ਕਹਿੰਦੇ ਐਕਸਪੀਰੀਅੰਸ ਹੈ, ਇਸ ਦੇ ਵਿੱਚ ਤਜਰਬਾ ਹੈ IAS ਦੇ ਵਿੱਚ। 3 ਸਾਲ ਦੇ ਵਿੱਚੋਂ 2 ਸਾਲ ਤਾਂ ਟ੍ਰੇਨਿੰਗ ਦੇ ਹੁੰਦੇ ਆ, ਤੇ 2 ਸਾਲ ਤੋਂ ਬਾਅਦ ਜੇ STM ਲੱਗਿਆ ਤਾਂ 1 ਸਾਲ ਦਾ ਤੁਸੀਂ ਸਮਝੋ ਵੀ ਉਸ ਨੂੰ ਨਵਾਂ ਆਦਮੀ ਹੈ। ਉਸ ਦੇ ਵਿੱਚ ਜਿਹੜਾ ਥੋੜਾ ਬਹੁਤ ਕੰਸੈਸ਼ਨ ਮਿਲ ਸਕਦਾ ਹੈ। ਲੇਕਿਨ ਇਹ ਜਿਹੜਾ ਕਾਨੂੰਨ ਦਾ ਮਸਲਾ ਹੈਗਾ, ਇਸ ਦੇ ਵਿੱਚ ਕਾਨੂੰਨ ਕਿਸੇ ਦੇ ਨਾਲ ਲਿਹਾਜ਼ ਨਹੀਂ ਕਰਦਾ। ਇਹ ਐਡਮਿਨਿਸਟ੍ਰੇਟਿਵ ਲੋਕ ਕਰ ਸਕਦੇ ਆ ਥੋੜਾ ਬਹੁਤ ਕਿ ਜੀ ਚਲੋ ਡਿਸਮਿਸ ਨਾ ਕਰੋ, ਹੋਰ ਕੁਝ ਸਜ਼ਾ ਦੇ ਦਿਓ ਜਾਂ ਕੋਈ ਇਸ ਤਰ੍ਹਾਂ ਦਾ। ਲੇਕਿਨ ਇਹ ਤਾਂ ਉਹਨਾਂ ਨੇ ਆਪਣੇ ਐਪਰੀਸ਼ੀਏਸ਼ਨ ਦੇ ਉੱਤੇ ਕਰਨਾ ਹੈ। ਇਹ ਯਕੀਨ ਹੈ, ਇਹ ਯਕੀਨਨ ਇਹ ਗੱਲ ਸਹੀ ਹੈ। ਉਸ ਵੀਡੀਓ ਤੋਂ ਜਿਹੜਾ ਉਹਦਾ ਆਰਡਰ ਦੇ ਰਿਹਾ, ਉਸ ਤੋਂ ਵੀ ਸਾਬਤ ਹੁੰਦਾ ਹੈ, ਤੇ ਬਾਕੀ ਸਰਕਮਸਟੈਂਸਸ ਤੋਂ ਵੀ ਸਾਬਤ ਹੁੰਦਾ ਹੈ। ਜੋ ਪੁਲਿਸ ਦਾ ਵਤੀਰਾ ਸਾਡੇ ਇਸ ਖਿੱਤੇ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਰਿਹਾ ਹੈ, ਇਸ ਤੋਂ ਵੀ ਸਾਬਤ ਹੁੰਦਾ ਹੈ ਕਿ ਇਹ
ਆਰਡਰਸ ਪਿੱਛੋਂ ਦਿੱਤੇ ਗਏ ਹੈ ਔਰ ਉਹਨਾਂ ਨੇ ਜਿਸ ਤਰ੍ਹਾਂ ਬਹਿਬਲ ਕਲਾਂ ਦੇ ਵਿੱਚ ਜਿਹੜਾ ਕੁਝ ਹੋਇਆ ਸੀਗਾ, ਆਮ ਆਦਮੀ ਵਿਚਾਰੇ ਸੜਕਾਂ ਦੇ ਉੱਤੇ ਬੈਠੇ ਹੈ ਔਰ ਕੋਈ ਹਰਕਤ ਨਹੀਂ ਕਰ ਰਹੇ, ਉਹਨਾਂ ਦੇ ਉੱਤੇ ਜਾ ਕੇ ਗੋਲੀਆਂ ਚਲਾ ਦੇਣੀਆਂ ਔਰ ਥੋੜੀ ਜਿਹੀ ਭੀੜ ਹੈ ਔਰ ਫਿਰ ਉਹ ਬੰਦਿਆਂ ਨੂੰ ਕਤਲ ਕਰ ਦੇਣਾ। ਇਹ ਜਿਹੜਾ ਸਾਰਾ ਫਿਰ ਬਾਅਦ ਦੇ ਵਿੱਚ ਕੀ ਹੁੰਦਾ, ਜਸਪਾਲ ਸਿੰਘ ਨੂੰ ਮਾਰਿਆ ਗਿਆ ਗੁਰਦਾਸਪੁਰ ਵਾਲੇ ਨੂੰ, ਤੇ ਜੀ ਇਹ ਪਛਾਤੀ ਭੀੜ ਸੀ, ਪਤਾ ਨਹੀਂ ਕਿਹਨੇ ਗੋਲੀ ਚਲਾਤੀ, ਇਹ ਪਤਾ ਨਹੀਂ ਕਿਹੜੇ ਰਾਈਫਲ ਤੋਂ ਚੱਲੀ ਹੈ। ਯਾਨੀ ਇਹਦਾ ਮਤਲਬ ਹੈ ਕਿ ਇਹ ਹਥਿਆਰ ਵੀ ਗੈਰ ਕਾਨੂੰਨੀ ਲੈ ਕੇ ਜਾਂਦੇ ਨੇ ਪੁਲਿਸ ਵਾਲੇ, ਔਰ ਇੱਥੇ ਤਾਂ ਚਲੋ ਨੌਬਤ ਨਹੀਂ ਆਈ ਗੋਲੀ ਚਲਾਉਣ ਦੀ, ਲੇਕਿਨ ਜੇ ਇਸ ਤਰ੍ਹਾਂ ਦੇ ਵੀ ਹੋ ਜਾਵੇ ਤਾਂ ਵੀ ਆਪਣੇ ਇਸ ਖਿੱਤੇ ਦੇ ਵਿੱਚ ਤਾਂ ਇਹ ਪੁਲਿਸ ਵਾਲਿਆਂ ਦੀ ਕੋਈ ਵੀ ਜ਼ਿੰਮੇਵਾਰੀ ਆਇਦ ਨਹੀਂ ਹੁੰਦੀ, ਚਾਹੇ ਕਿੰਨੇ ਹੀ ਕਮਿਸ਼ਨ ਬੈਠ ਜਾਣ। ਤੁਸੀਂ ਦੇਖਿਆ ਦਿੱਲੀ ਦੇ ਵਿੱਚ ਕਿੰਨੇ ਕਮਿਸ਼ਨ ਬੈਠ ਗਏ, ਕੀ ਕੁਝ ਹੋਇਆ, ਕਤਲ ਹੋਏ ਸਾਹਮਣੇ ਪਏ ਆ ਲੋਕ, ਤੇ ਜ਼ਿੰਮੇਵਾਰੀ ਕਿਸੇ ਦੀ ਨਹੀਂ, ਆਪੇ ਹੀ ਮਰ ਗਏ ਉਹ ਲੋਕ। ਇਹ ਕਾਨੂੰਨ ਤੇ ਕੋਈ ਚੀਜ਼ ਹੈ ਨਹੀਂ, ਅਮਨ ਚੈਨ ਨਾਂ ਦੀ ਮੁਲਕ ਦੇ ਵਿੱਚ ਕੋਈ ਧਰਮ ਨਿਆਂ ਨਹੀਂ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪੁਲਿਸ ਵਾਲੇ ਨਹੀਂ ਕਰ ਸਕਦੇ, ਇਹ ਪਿੱਛੋਂ ਆਰਡਰਸ ਆਏ ਹੈ ਤੇ ਜਿਹੜਾ ਮੈਜਿਸਟ੍ਰੇਟ ਹੈ ਇਹਨਾਂ ਨੂੰ ਰਿਲੇ ਕਰ ਰਿਹਾ ਉਹ ਉਨਾ ਹੀ ਜ਼ਿੰਮੇਵਾਰ ਹੈ, ਲੇਕਿਨ ਉਸ ਤੋਂ ਵੀ ਵੱਧ ਜ਼ਿੰਮੇਵਾਰ ਹੈ, ਕਿਉਂਕਿ ਪਿੱਛੋਂ ਜਿਹੜੇ ਆਰਡਰ ਦੇਣ ਵਾਲੇ ਹੈ ਉਹਨਾਂ ਨੇ ਤਾਂ ਆਪਣਾ ਸੈਲਫ ਇੰਟਰਸਟ ਦੇਖਣਾ ਹੈ, ਉਹਨਾਂ ਨੇ ਤਾਂ ਇਹ ਦੇਖਣਾ ਹੈ ਕਿ ਸਾਡੀ ਹਕੂਮਤ ਕਿਵੇਂ ਕਾਇਮ ਰੱਖਣੀ ਹੈ, ਕਿਵੇਂ ਲੋਕਾਂ ਨੂੰ ਦਬਾ ਕੇ ਰੱਖਣਾ ਹੈ। ਲੇਕਿਨ ਮੈਜਿਸਟ੍ਰੇਟ ਤਾਂ ਜਾਣਦਾ ਹੈ ਕਿ ਇਹ ਇੱਕ ਡੈਮੋਕ੍ਰੇਸੀ ਹੈ, ਇਸ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀ ਇਹ ਲੋਕਾਂ ਦਾ ਰਾਜ ਹੈ ਔਰ ਲੋਕਾਂ ਨੂੰ ਇਸ ਤਰ੍ਹਾਂ ਕੁੱਟਣਾ ਮਾਰਨਾ ਇਹ ਕਿੱਥੋਂ ਦਾ ਧਰਮ ਹੈ। ਔਰ ਫਿਰ ਜੇ ਉਹ ਸ਼ਾਂਤ ਬੈਠੇ ਨੇ ਜਾਂ ਉਹ ਕਿਨਾਰੇ ਮਾਰ ਰਹੇ ਨੇ ਤਾਂ ਇਹ ਕਿਸ ਤਰ੍ਹਾਂ ਨਾਲ ਇਹਨਾਂ ਦੇ ਉੱਤੇ ਇਹ ਬਣ ਜਾਂਦਾ ਹੈ ਕਿ ਜੀ ਇਹ ਅਧਿਕਾਰ ਪੁਲਿਸ ਨੂੰ ਬਣ ਜਾਂਦੇ ਨੇ ਕਿ ਉਹਨਾਂ ਨੂੰ ਡਾਂਗਾ ਮਾਰਨ। ਸੋ ਇਹ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਹੈ ਹੀ ਹੈ, ਇਹ ਤਾਂ ਇਸ ਦੇ ਵਿੱਚੋਂ ਨਹੀਂ ਨਿਕਲ ਸਕਦਾ, ਲੇਕਿਨ ਜਿਹੜੇ ਪਿੱਛੇ ਵਾਲੇ ਉਸ ਨੂੰ ਆਰਡਰ ਦੇਣ ਵਾਲੇ ਹੈ ਉਹਨਾਂ ਦੀ ਜ਼ਿੰਮੇਵਾਰੀ ਵੀ ਉਨੀ ਹੈ। ਤੁਸੀਂ ਲੋਕ ਇਕੱਠੇ ਹੋ ਰਹੇ ਨੇ, ਆਪਣੀ ਗੱਲ ਕਰ ਰਹੇ ਨੇ, ਤੁਸੀਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਉਹਨਾਂ ਦੇ ਉੱਤੇ ਡਾਂਗਾ ਮਾਰਦੇ ਹੋ। ਕੋਈ ਹੋਰ ਜ਼ਮਾਨਾ ਹੁੰਦਾ ਤਾਂ ਜਿਹੜਾ ਵੀ ਕੋਈ ਉੱਥੇ ਗਿਆ ਸੀ ਸਿਆਸਤਦਾਨ, ਉਹ ਉਹਨਾਂ ਦੇ ਕੋਲ ਰੁਕਦਾ ਵੀ ਭਰਾਓ ਕਿਉਂ ਬੈਠੇ ਹੋ, ਕੀ ਤੁਹਾਨੂੰ ਤਕਲੀਫ ਹੈ, ਦੱਸੋ ਕੀ ਕਰ ਸਕਦੇ ਹਾਂ, ਸਾਡੀ ਆਹ ਮਜਬੂਰੀ ਹੈ, ਅਸੀਂ ਦੇਖਾਂਗੇ ਸੋਚਾਂਗੇ, ਜਾਂ ਜੋ ਕੋਈ ਆਓ ਗੱਲ ਕਰੋ ਬੈਠੋ ਸਾਡੇ ਨਾਲ। ਇਸ ਤਰ੍ਹਾਂ ਦਾ ਵਤੀਰਾ ਮੈਂ ਕਦੇ ਦੇਖਿਆ ਨਹੀਂ ਇਸ ਇਲਾਕੇ ਦੇ ਵਿੱਚ। ਇਹ ਆਪਣੀ ਤਰਫੋਂ ਬਸ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਵੀ ਕਹਿਤਾ ਕਿ ਜੀ ਮੈਂ ਇੱਕ ਟੈਲੀਫੋਨ ਕਾਲ ਕਰੋ ਤੇ ਮੈਂ ਹਾਜ਼ਰ ਹਾਂ, ਤੇ ਅਗਾਂਹ ਕੋਈ ਉਸ ਤੋਂ ਵੱਧ ਕੋਈ ਅਗਾਂਹ ਕੋਈ ਕਾਰਵਾਈ ਨਹੀਂ, ਕੋਈ ਇੱਕ ਕਦਮ ਵੀ ਕਿਸੇ ਨੇ ਨਹੀਂ ਚੁੱਕਿਆ। ਸੋ ਇਹ ਸਾਰਾ ਇਸ ਤਰ੍ਹਾਂ ਹੀ ਇਸ ਨੂੰ ਸਮਝਣਾ ਪਏਗਾ ਕਿ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਗੁਰਤੇਜ ਸਿੰਘ ਜੀ, ਇਹਦੇ ਵਿੱਚ ਜਦੋਂ ਮੈਜਿਸਟਰੀਅਲ ਜਾਂਚ ਦੀ ਗੱਲ ਹੁੰਦੀ ਹੈ ਕਿ ਨਿਆਇਕ ਜਾਂਚ ਕੀਤੀ ਜਾਊਗੀ, ਉਹਨੂੰ ਕਿੱਦਾਂ ਦੇਖਦੇ ਹੋ, ਉਹਦੀ ਪ੍ਰਕਿਰਿਆ ਕੀ ਹੁੰਦੀ ਹੈ, ਉਹਦੇ ਵਿੱਚ ਕਿੱਦਾਂ ਕਿਹਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾਣਾ, ਜਦ ਕਿ ਸਾਰਾ ਕੁਝ ਏਦਾਂ ਲੱਗਦਾ ਹੈ ਕਿ ਹਰ ਵਾਰ ਦੀ ਤਰ੍ਹਾਂ ਅਣਪਛਾਤੀ ਪੁਲਿਸ ਦੱਸ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਗੱਲ ਹੁੰਦੀ ਹੈ। ਨਹੀਂ, ਇਹ ਜਿਹੜਾ ਮਾਮਲਾ ਹੈਗਾ ਇਹ ਹੋਰ ਤਰ੍ਹਾਂ ਦਾ ਹੈ। ਇਸ ਦੇ ਵਿੱਚ ਇਹ ਹੈ ਕਿ ਆਰਡਰਸ ਦਿੱਤੇ ਹੋਏ ਹੈ ਔਰ ਆਰਡਰਸ ਸਪੈਸੀਫਿਕ ਆਰਡਰਸ ਹੋਣਗੇ ਔਰ ਉਹ ਰਿਕਾਰਡਡ ਹੈ, ਤੁਹਾਡੇ ਸਾਹਮਣੇ ਹੈ। ਇਹਦੇ ਵਿੱਚ ਨਿਆਇਕ ਜਾਂਚ ਦੀ ਕੋਈ ਬਹੁਤੀ ਲੋੜ ਨਹੀਂ ਹੈ। ਇਸ ਦੇ ਵਿੱਚ ਸਾਰੀਆਂ ਜਿਹੜੀਆਂ ਜਾਂਚ ਪੁੱਛ ਪੜਤਾਲ ਕਾਹਦੇ ਵਾਸਤੇ ਕੀਤੀ ਜਾਂਦੀ ਹੈ ਵੀ ਸਾਨੂੰ ਪਤਾ ਲੱਗੇ ਵੀ ਕਿਹਦਾ ਕੀ ਰੋਲ ਸੀ, ਕੀ ਹੋਇਆ, ਕਿਸ ਤਰ੍ਹਾਂ ਹੋਇਆ। ਹੁਣ ਡਾਂਗਾ ਵਰਦੀਆਂ ਦੀ ਵੀਡੀਓ ਵੀ ਤੁਹਾਡੇ ਸਾਹਮਣੇ ਹੈ। ਧੰਨਵਾਦ ਕਰੀਏ ਸੋਸ਼ਲ ਮੀਡੀਆ ਦਾ, ਤੇ ਜੇ ਉਸਨੇ ਜਿਹੜੇ ਹੁਕਮ ਦਿੱਤੇ ਨੇ ਉਹ ਵੀ ਤੁਹਾਡੇ ਸਾਹਮਣੇ ਹੈ ਔਰ ਇੱਕ ਇੱਕ ਲਫ਼ਜ਼ ਸਾਨੂੰ ਕਲੀਅਰ ਸੁਣ ਰਿਹਾ ਹੈ ਕਿ ਕੀ ਹੁਕਮ ਦੇ ਰਿਹਾ ਹੈ। ਫਿਰ ਉਹ ਹੁਕਮ ਦੇ ਕੇ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਸਮਝ ਗਏ, ਤਾਂ ਕਹਿੰਦੇ ਨੇ ਹਾਂ। ਤਾਂ ਯਾਨੀ ਉਹਨਾਂ ਕੋਲੋਂ ਉਹ ਆਪਣਾ ਹਾਂ ਵੀ ਕਰਾਉਂਦਾ, ਆਪਣੀ ਹਾਂ ਦੇ ਵਿੱਚ ਹਾਂ ਵੀ ਮਿਲਾਉਂਦਾ। ਤਾਂ ਇਹ ਸਾਰਾ ਕੁਝ ਤਾਂ ਸਾਹਮਣੇ ਹੈ। ਹੁਣ ਇਸ ਦੇ ਵਿੱਚ ਤਾਂ ਮੁਕੱਦਮਾ ਚੱਲਣਾ ਚਾਹੀਦਾ ਹੈ। ਜੇ ਤੁਸੀਂ ਨਿਆਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜੀ ਇੱਕ ਪੜਤਾਲ ਕਰਨੀ, ਪੜਤਾਲ ਕਰਕੇ ਵੀ ਮੁਕੱਦਮਾ ਹੀ ਚਲਾਉਣਾ ਹੈ ਨਾ, ਤਾਂ ਇਹਦਾ ਸਾਰਾ ਕੁਝ ਸਬੂਤ ਤੁਹਾਡੇ ਸਾਹਮਣੇ ਹੈ। ਇਸ ਦੇ ਉੱਤੇ ਤਾਂ ਮੁਕੱਦਮਾ ਦਰਜ ਹੋਣਾ ਚਾਹੀਦਾ ਸਿੱਧਾ ਹੀ। ਤੇ ਬਾਕੀ ਜਿਹੜੀ ਤੁਸੀਂ ਜਾਂਚ ਦੀ ਗੱਲ ਕਰਦੇ ਹੋ, ਪੜਤਾਲ ਦੀ ਗੱਲ ਕਰਦੇ ਹੋ, ਪੜਤਾਲਾਂ ਮੈਂ ਬਹੁਤ ਦੇਖੀਆਂ ਨੇ ਇੱਥੇ, ਲੇਕਿਨ ਕਦੇ ਵੀ ਕਿਸੇ ਪੜਤਾਲ ਨੇ ਆਪਣੇ ਪੁਲਿਸ ਵਾਲਿਆਂ ਨੂੰ ਇਹ ਨਹੀਂ ਕਿਹਾ ਕਿ ਜੀ ਇਹਨਾਂ ਨੇ ਜ਼ੁਲਮ ਕੀਤਾ ਹੈ। ਕਈ ਵਾਰੀ ਪੁਲਿਸ ਵਾਲੇ ਫਸ ਜਾਂਦੇ ਨੇ
ਗਵਾਹੀਆਂ ਵਗੈਰਾ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਸਜ਼ਾ ਦੇਣੀ ਪੈ ਜਾਂਦੀ ਹੈ। ਲੇਕਿਨ ਮੈਂ ਦੇਖਿਆ ਕਿ ਉਹਨਾਂ ਨੂੰ ਸਜ਼ਾ ਦੇ ਕੇ ਵੀ ਉਹਦੇ ਵਿੱਚੋਂ ਕੱਢਿਆ ਜਾਂਦਾ ਹੈ, ਜੇਲ੍ਹਾਂ ਦੇ ਵਿੱਚੋਂ ਕੱਢ ਲਿਆ ਜਾਂਦਾ ਹੈ। ਉਹਨਾਂ ਦੀ ਸਜ਼ਾ ਹੁਣ ਪਿੱਛੇ ਹਾਈ ਕੋਰਟ ਦੇ ਵਿੱਚ 6 ਸਾਲ 6 ਮਹੀਨੇ ਦੀ ਗੱਲ ਹੈ, ਹਾਈ ਕੋਰਟ ਦੇ ਵਿੱਚ ਇੱਕ ਜੱਜ ਨੇ ਕਿਹਾ ਸੀਗਾ ਕਿ ਇਹ ਤਾਂ ਪੁਲਿਸ ਵਾਲੇ ਤਾਂ ਸਾਰੇ ਦੇ ਸਾਰੇ ਕੱਢੇ ਹੋਏ ਨੇ ਪੁਲਿਸ ਦੇ ਵਿੱਚੋਂ, ਇਹਨਾਂ ਨੂੰ ਤੁਸੀਂ ਕਿਵੇਂ ਨੌਕਰੀ ਦੇ ਵਿੱਚ ਰੱਖਿਆ? ਯਾਨੀ ਕਿ ਨੌਕਰੀ ਦੇ ਵਿੱਚ ਨੌਕਰੀ ਵੀ ਉਹਨਾਂ ਦੀ ਬਰਕਰਾਰ ਰਹਿੰਦੀ ਹੈ, ਉਹ ਆਰਡਰ ਜਿਹੜੇ ਹੁੰਦੇ ਆ ਜੱਜ ਦੇ ਉਹ ਕਾਗਜ਼ ਦੇ ਉੱਤੇ ਹੁੰਦੇ ਨੇ। ਤਾਂ ਇਹ ਜਿਹੜਾ ਸਾਰਾ ਕੁਝ ਸਾਡੇ ਮੁਲਕ ਦੇ ਵਿੱਚ ਹੋ ਰਿਹਾ ਹੈ, ਇਹ ਸਾਰੀ ਲਾ ਕਾਨੂੰਨੀ ਹੈ, ਸੰਵਿਧਾਨ ਦੇ ਬਰਖਲਾਫ ਹੈ। ਕੋਈ ਆਈਨ ਕਾਨੂੰਨ ਅਮਨ ਚੈਨ ਦੀ ਕੋਈ ਗੱਲ ਨਹੀਂ, ਇਹਦਾ ਆਪਣੀ ਧੌਂਸ ਜਮਾਉਣ ਵਾਸਤੇ ਸਾਰਾ ਕੁਝ ਹੋ ਰਿਹਾ ਹੈ ਔਰ ਪੁਲਿਸ ਨੂੰ ਇਸ ਵਾਸਤੇ ਵਰਤਿਆ ਜਾ ਰਿਹਾ ਹੈ। ਇਸ ਨੂੰ ਜੇ ਤੁਸੀਂ ਪੜਤਾਲ ਦੀ ਗੱਲ ਕਰਦੇ ਹੋ ਤਾਂ ਪੜਤਾਲ ਤਾਂ ਕਰਾਉਣੀਆਂ ਸਿਆਸਤਦਾਨਾਂ ਨੇ। ਸਿਆਸਤਦਾਨ ਤਾਂ ਸਾਰਾ ਕੁਝ ਜਾਣਦੇ ਨੇ, ਕਿਹੜੀ ਗੱਲ ਦੀ ਪੜਤਾਲ ਕਰਾਉਣਗੇ? ਜੇ ਹੋਮ ਮਿਨਿਸਟਰ ਜਾਂ ਚੀਫ ਮਿਨਿਸਟਰ ਜਾਂ ਜੋ ਵੀ ਕੋਈ ਉੱਥੇ ਸੀ ਜਿਸਨੇ ਇਹ ਹੁਕਮ ਦਿੱਤੇ ਨੇ, ਤੁਹਾਨੂੰ ਪਤਾ ਹੈ ਕਿ ਕੀ ਹੁਕਮ ਦਿੱਤੇ ਨੇ, ਬਾਕੀ ਸਾਰਾ ਕੁਝ ਸਾਡੇ ਸਾਹਮਣੇ ਹੈ। ਤਾਂ ਜਾਂਚ ਪੜਤਾਲ ਦੀ ਇਹਦੇ 'ਚ ਕਿਹੜੀ ਲੋੜ ਹੈ? ਇਹ ਤਾਂ ਸਿੱਧਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਔਰ ਜੋ ਵੀ ਬਣਦੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਧਰਤੀ ਦੇ ਪੁੱਤਾਂ ਦਾ ਖੂਨ ਡੋਲਣਾ ਔਰ ਜਿਹੜੇ ਨਿਹੱਥੇ ਲੋਕ ਹਨਗੇ ਉਹਨਾਂ ਦੇ ਉੱਤੇ ਡਾਂਗਾਂ ਵਰਸਾਉਣੀਆਂ, ਇਹ ਕਿੱਥੋਂ ਦਾ ਕਾਨੂੰਨ ਹੈ? ਇਹ ਕਿਤੇ ਵੀ ਸਾਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਹੈ ਨਹੀਂ ਔਰ ਕਿਸੇ ਵੀ ਲੋਕ ਰਾਜ ਦੇ ਵਿੱਚ ਇਸ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਜੀ ਮੇਰਾ ਆਖਰੀ ਸਵਾਲ ਹੈ ਗੁਰਤੇਜ ਸਿੰਘ ਜੀ, ਅਸੀਂ ਜਦੋਂ ਓਵਰਆਲ ਪੂਰੇ ਮੁਲਕ ਵਿੱਚ ਦੇਖਦੇ ਹਾਂ, ਪੰਜਾਬ 'ਚ ਵੀ ਦੇਖ ਲਓ ਕਿ ਇੱਥੇ ਵੀ ਜਦੋਂ ਕੋਈ ਆਪਣੇ ਹੱਕਾਂ ਲਈ ਸੜਕ ਤੇ ਆਉਂਦੇ ਨੇ, ਭਾਵੇਂ ਉਹ ਕਿਸਾਨ ਹੋਣ, ਭਾਵੇਂ ਮੁਲਾਜ਼ਮ ਹੋਣ, ਬੇਰੁਜ਼ਗਾਰ ਹੋਣ, ਉਹਨਾਂ ਨੂੰ ਡਾਂਗਾ ਸੋਟਿਆਂ ਦਾ ਸਾਹਮਣਾ ਕਰਨਾ ਪੈਂਦਾ, ਲਾਠੀ ਚਾਰਜ ਹੁੰਦਾ। ਇਹ ਕਿੱਥੋਂ ਤੱਕ ਜਾਇਜ਼ ਹੈ? ਮੇਰਾ ਆਖਰੀ ਸਵਾਲ ਹੈ ਇਸ ਕਰਕੇ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰਾਲਾ, ਜਿਹੜਾ ਗ੍ਰਹਿ ਮੰਤਰੀ ਹੁੰਦਾ, ਉਹਦੀ ਕਿੱਥੋਂ ਤੱਕ ਜ਼ਿੰਮੇਵਾਰੀ ਬਣਦੀ ਹੈ ਤੇ ਉਹਨਾਂ ਨੂੰ ਕਿੱਦਾਂ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕਦਾ? ਜਾਂ ਇਹਦੇ ਉੱਤੇ ਅਦਾਲਤਾਂ ਕਿਉਂ ਨਹੀਂ ਨੋਟਿਸ ਲੈਂਦੀਆਂ ਕਿ ਰੋਜ਼ ਅਖਬਾਰਾਂ ਦੇ ਵਿੱਚ ਛਪਦਾ ਕਿਤੇ ਪੁਲਿਸ ਨੇ ਕਿਤੇ ਕਿਸ ਤਰ੍ਹਾਂ ਤਸ਼ੱਦਦ ਕੀਤਾ, ਕਦੇ ਕਿਸੇ ਨੂੰ ਕਿਤੇ ਲਾਠੀ ਚਾਰਜ ਹੋ ਰਿਹਾ, ਕਿਤੇ ਪਟਿਆਲੇ ਵਿੱਚ ਹੋ ਰਿਹਾ, ਤੁਸੀਂ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ, ਕਿਤੇ ਵਾਟਰ ਕੈਨਨ ਨਾਲ ਕਿਸੇ ਦੀ ਅੱਖ ਭੰਨ ਦਿੱਤੀ ਜਾਂਦੀ ਹੈ, ਉਹ ਸਾਰਾ ਕੁਝ, ਕਿਤੇ ਅਥਰੂ ਗੈਸ ਦਾ ਗੋਲਾ ਵੱਜਦਾ, ਕਿਸੇ ਦਾ ਅੰਗ ਨਕਾਰਾ ਕਰ ਦਿੱਤਾ ਜਾਂਦਾ ਉਸ ਨੂੰ, ਇਹ ਸਾਰਾ ਕੁਝ ਹੁੰਦਾ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕਿਉਂ ਨਹੀਂ ਜ਼ਿੰਮੇਵਾਰ ਠਹਿਰਾ ਕੇ ਇਹਦੇ ਵਿੱਚ ਘੇਰਿਆ ਜਾਂਦਾ? ਇਹ ਬਹੁਤ ਡੂੰਘਾ ਸਵਾਲ ਹੈ ਤੁਹਾਡਾ ਔਰ ਬੜਾ ਵਾਜਿਬ ਹੈ। ਗੱਲ ਇਹ ਹੈਗੀ ਕਿ ਅਸੀਂ ਅੱਜ ਕੱਲ ਆਪਣੇ ਨੁਮਾਇੰਦੇ ਨਹੀਂ ਚੁਣਦੇ, ਆਪਣੇ ਮਾਲਕ ਚੁਣਦੇ ਹਾਂ। ਉਹ ਕਿਸ ਵਾਸਤੇ ਚੁਣਦੇ ਹਾਂ? ਕਿਉਂਕਿ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਹੈ ਨਹੀਂ, ਪਾਰਟੀ ਦੇ ਵਿੱਚ ਲੋਕ ਰਾਜ ਹੈ ਨਹੀਂ, ਸਿਰਫ ਸਾਨੂੰ ਵੋਟਾਂ ਪਾਉਣ ਦਾ ਅਧਿਕਾਰ ਹੈ। ਪਾਰਟੀ ਦੇ ਵਿੱਚ ਜਿਹੜੀ ਵੀ ਕੋਈ ਸਿਆਸੀ ਜਮਾਤ ਹੈ ਉਸ ਦੇ ਵਿੱਚ ਟਿਕਟਾਂ ਇੱਕ ਆਦਮੀ ਦਿੰਦਾ ਹੈ ਜਾਂ ਹਾਈ ਕਮਾਂਡ ਜਿਹਨੂੰ ਕਹਿ ਦਿੰਦੇ, ਆਪਣੇ ਆਪ ਹੀ ਹਾਈ ਕਮਾਂਡ ਬਣ ਜਾਂਦੇ ਆ। ਪਤਾ ਨਹੀਂ ਕਿੱਥੋਂ ਦਾ ਹਾਈ ਕਮਾਂਡ ਹੈ, ਕਿੰਨਾ ਕੁ ਹਾਈ ਹੈ ਲੋਕਾਂ ਦੇ ਨਾਲੋਂ, ਇਹ ਗੱਲਾਂ ਨਹੀਂ ਸਾਨੂੰ ਦੱਸਦੇ। ਇਹਨਾਂ ਨੇ ਇੱਕ ਕਲੱਬ ਬਣਾਇਆ ਹੋਇਆ ਹੈ ਜਿਹਦੇ ਵਿੱਚ ਵਾਰੀ ਦੇ ਨਾਲ ਇਹ ਰਾਜ ਕਰੀ ਜਾਂਦੇ ਨੇ। ਇਹਨਾਂ ਨੂੰ ਪਤਾ ਵੀ ਸਾਡਾ ਰਾਜ ਆ ਜਾਏਗਾ, ਦੂਸਰੇ ਦਾ ਆ ਜਾਏਗਾ, ਅਸੀਂ ਮਹਿਫੂਜ਼ ਹਾਂ, ਉਹ ਵੀ ਮਹਿਫੂਜ਼ ਹੈ। ਉਹ ਜਿੰਨੇ ਮਰਜ਼ੀ ਜ਼ਿਆਦਤੀ ਕਰ ਲੈਣ, ਧੱਕਾ ਕਰ ਲੈਣ, ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਠਹਿਰਾ ਸਕਦਾ, ਉਹਨਾਂ ਨੂੰ ਕੋਈ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ। ਇਸ ਤਰ੍ਹਾਂ ਦੀ ਇਹਨਾਂ ਨੂੰ ਯਕੀਨ ਹੈ ਔਰ ਇਸੇ ਵਾਸਤੇ ਜਿਹੜਾ ਚਲੂਨੀ ਸਾਹਿਬ ਦਾ ਫਾਰਮੂਲਾ ਹੈ ਔਰ ਜਿਸ ਦੇ ਮੈਂ ਬੜਾ ਵੱਡਾ ਸਮਰਥਕ ਹਾਂ ਇਸ ਚੀਜ਼ ਦਾ, ਕਿ ਜੀ ਤੁਹਾਨੂੰ ਆਪਣੀ ਇਹ ਜਿਹੜੀ ਹਕੂਮਤ ਆ ਆਪਣੇ ਹੱਥ ਦੇ ਵਿੱਚ ਲੈਣੀ ਪਏਗੀ। ਜੇ ਤੁਸੀਂ ਹਕੂਮਤ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਰੱਖੋਗੇ ਜਿਨ੍ਹਾਂ ਨੂੰ ਤੁਸੀਂ ਨੋਮੀਨੇਟ ਨਹੀਂ ਕਰਦੇ, ਤੁਸੀਂ ਜਦੋਂ ਟਿਕਟਾਂ ਦਿੰਦੇ ਆ ਸਾਡਾ ਕੋਈ ਹੱਥ ਨਹੀਂ ਹੁੰਦਾ ਉਹਦੇ ਵਿੱਚ, ਅਸੀਂ ਟਿਕਟਾਂ ਆਪ ਦੇਈਏ ਤਾਂ ਉਹ ਸਾਡੀ ਸੇਵਾ ਕਰਨਗੇ, ਜਦੋਂ ਟਿਕਟਾਂ ਉਹਨਾਂ ਦੇ ਮਾਲਕ ਦਿੰਦੇ ਆ ਤਾਂ ਮਾਲਕ ਦੀ ਸੇਵਾ ਕਰਨਗੇ। ਤਾਂ ਇਹ ਜਿਹੜਾ ਸਾਡੀ ਲੋਕ ਰਾਜ ਦੇ ਵਿੱਚ ਬਹੁਤ ਵੱਡਾ ਖਾਪਾ ਹੈ ਔਰ ਇਹ ਜਿਹੜਾ ਖੱਪਾ ਹੈਗਾ ਇਸ ਨੂੰ ਪੂਰਨ ਵਾਸਤੇ ਸਾਨੂੰ ਲੋਕਾਂ ਨੂੰ ਖੜੇ ਹੋਣਾ ਪਏਗਾ ਔਰ ਇਹੋ ਜਿਹੇ ਲੋਕ ਚੁਣਨੇ ਪੈਣਗੇ ਜਿਹੜੇ ਸਾਡੇ ਆਪਣੇ ਹੋਣ, ਜਿਹੜੇ ਸਾਡਾ ਇੰਟਰਸਟ ਵਾਚ ਕਰਨ। ਹੁਣ ਤੁਸੀਂ ਗੱਲ ਕਰਦੇ ਹੋ ਇਹਨਾਂ ਦੀ ਕੋਰਟਸ ਦੀ, ਕਿ ਕੋਰਟਸ ਦਾ ਕੀ ਰੋਲ ਹੋਣਾ ਚਾਹੀਦਾ। ਦੇਖੋ ਉੱਥੇ ਇੱਕ ਇਹ ਬੜੀ ਮਾੜੀ ਕਿਸਮਤ ਹੈ ਸਾਡੀ ਕਿ ਸਾਡੇ ਕੋਰਟ ਜਿਨ੍ਹਾਂ ਦੇ ਕੋਲੋਂ, ਅਦਾਲਤਾਂ ਜਿਨ੍ਹਾਂ ਦੇ ਕੋਲੋਂ ਸਾਰਿਆਂ ਨੂੰ ਉਮੀਦ ਹੁੰਦੀ ਹੈ ਔਰ ਸਾਰਿਆਂ ਨੂੰ ਉਮੀਦ ਹੋਣੀ ਚਾਹੀਦੀ ਹੈ, ਜਿਹੜੇ ਕੇਸ ਆਪਣੇ ਆਇਨ ਦੇ ਅਨੁਸਾਰ ਇੱਕ ਮਸ਼ੀਨਰੀ ਬਣਾਈ ਹੋਈ ਹੈ ਕਿ ਲੋਕ ਆਪਣੀ ਗੱਲ ਕਹਿ ਸਕਣ ਔਰ ਲੋਕਾਂ ਦੇ ਹੱਕ ਮਹਿਫੂਜ਼ ਹੋ ਸਕਣ, ਇਹ ਇੱਕ ਇਸ ਤਰ੍ਹਾਂ ਦੀ ਮਸ਼ੀਨਰੀ ਬਣਾਈ ਹੋਈ ਹੈ।
ਉਹ ਵੀ ਕੰਮ ਨਹੀਂ ਕਰ ਰਹੀ, ਕਾਫੀ ਸਮੇਂ ਤੋਂ ਉਹ ਬੇਕਾਰ ਪਈ ਹੈ। ਹੁਣ ਤੁਸੀਂ ਦੇਖੋ ਕਿ ਜਿਸ ਵੇਲੇ ਡੈਮੋਸਟ੍ਰੇਸ਼ਨ ਵਗੈਰਾ ਚੱਲ ਰਹੇ ਸੀ ਪਿਛਲੀ ਸਰਕਾਰ ਦੇ, ਮਨਮੋਹਨ ਸਿੰਘ ਸਰਕਾਰ ਦੇ ਬਰਖਲਾਫ, ਤੇ ਸਵਾਮੀ ਰਾਮਦੇਵ ਰਾਤ ਨੂੰ ਉਹਨਾਂ ਦੇ ਸ਼ਿਵਰ ਦੇ ਉੱਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਹਮਲਾ ਕੀਤਾ, ਤੇ ਉਹ ਜਿਸ ਵੇਲੇ ਉਹ ਆਪਣੇ ਸਲਵਾਰ ਕਮੀਜ਼ ਪਾ ਕੇ ਭੱਜੇ ਸਨ, ਉਸ ਵੇਲੇ ਦੀ ਗੱਲ ਕਰ ਰਹੇ ਹਾਂ। ਤਾਂ ਉਸ ਵੇਲੇ ਕੀ ਹੋਇਆ ਸੀਗਾ, ਅਗਲੇ ਦਿਨ ਕੋਰਟ ਨੇ ਆਪਣੇ ਆਪ ਹੀ ਇਹ ਫੈਸਲਾ, ਇਸ ਦਾ ਨੋਟਿਸ ਲੈ ਲਿਆ ਕਿ ਜੀ ਅੱਧੀ ਰਾਤ ਨੂੰ ਸੁੱਤੇ ਲੋਕਾਂ ਦੇ ਉੱਤੇ ਤੁਸੀਂ ਹਮਲਾ ਕਿਉਂ ਕੀਤਾ। ਯਾਨੀ ਇੰਨੀ ਤਕਲੀਫ ਹੋਈ ਸੀ ਕੋਰਟ ਨੂੰ। ਤੇ ਜਦੋਂ 3 ਦਿਨ ਇੱਥੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ, ਉਸ ਵੇਲੇ ਕੋਈ ਕੋਰਟ ਨਹੀਂ ਜਾਗਿਆ। ਜਿਹੜੇ ਕੋਰਟ ਨੇ ਹੁਣ ਸੱਚਰ ਕਹਿੰਦਾ ਹੈ, ਉਸ ਵੇਲੇ ਉਹ ਵੀ ਆਪਣੇ ਭੀਮ ਸਿੰਘ ਸੱਚਰ ਸੀਗੇ ਚੀਫ ਮਿਨਿਸਟਰ, ਉਹਨਾਂ ਦਾ ਲੜਕਾ ਸੀ ਸ਼ਾਇਦ, ਉਹ ਉੱਥੇ ਸੀਗਾ, ਜੱਜ ਸੀ। ਉਹ ਕਹਿੰਦਾ ਕਿ ਮੈਂ ਜਿਸ ਵੇਲੇ ਨੋਟਿਸ ਲਿਆ ਕਿ ਜੀ ਆਪ ਭੀੜਾਂ ਕੀ ਕਰ ਰਹੀਆਂ ਤੇ ਇਹ ਰੋਕਣਾ ਚਾਹੀਦਾ, ਤੇ ਜਿਸ ਵੇਲੇ ਉਸਨੇ ਉਹ ਕਿਹਾ ਵੀ ਕੱਲ ਨੂੰ ਇਹ ਕੇਸ ਪੁੱਟ ਅਪ ਕਰੋ, ਤਾਂ ਉਸ ਦਿਨ ਰਾਤ ਉਸ ਦੀ ਟ੍ਰਾਂਸਫਰ ਕਰ ਦਿੱਤੀ ਗਈ। ਤਾਂ ਅਦਾਲਤਾਂ ਕੀ ਚਾਹੁੰਦੀਆਂ ਹਨ? ਅਦਾਲਤਾਂ ਵੀ ਇਸ ਵੇਲੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹ ਆਪਣੇ ਹਾਕਮਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੀਆਂ ਨੇ। ਸਾਨੂੰ ਉਮੀਦ ਹੈ ਕਿ ਅਸੀਂ ਕਿਦੋਂ ਉਮੀਦ ਦੀ ਕੋਈ ਕਿਰਨ ਵਿਖਾਈ ਦਿੰਦੀ ਹੈ ਸਾਨੂੰ, ਜਦੋਂ ਕਿ ਕੋਈ ਜੱਜ, ਕੋਈ ਸਬ ਜੱਜ, ਕੋਈ ਜੂਨੀਅਰ ਜੱਜ ਜਾਂ ਹਾਈ ਕੋਰਟ ਦੇ ਜੱਜ ਕਿਸੇ ਵੇਲੇ ਇਸ ਤਰ੍ਹਾਂ ਦੇ ਫੈਸਲੇ ਕਰਦੇ ਨੇ ਜਿਹੜੇ ਲੋਕ ਪੱਖੀ ਹਨਗੇ, ਤੇ ਉਹਨਾਂ ਦੀ ਜਦੋਂ ਤਾਇਦ ਹੁੰਦੀ ਹੈ ਸੁਪਰੀਮ ਕੋਰਟ ਕੋਲੋਂ, ਸਾਨੂੰ ਫਿਰ ਉਮੀਦ ਜਾਗਦੀ ਹੈ ਕਿ ਜੀ ਇਹ ਸ਼ਾਇਦ ਸਾਡੇ ਹੱਕ ਦੀ ਗੱਲ ਕਰਨਗੇ। ਲੇਕਿਨ ਦੇਖੋ ਤੁਸੀਂ 2 ਸਾਲ ਤੋਂ ਤਾਂ ਕਸ਼ਮੀਰ ਦਾ ਮਸਲਾ ਹੀ ਪੈਂਡਿੰਗ ਹੈ ਸੁਪਰੀਮ ਕੋਰਟ ਦੇ ਵਿੱਚ, ਤੇ ਅਸੀਂ ਜਿਹੜਾ ਬਹੁਤੀਆਂ ਉਮੀਦਾਂ ਇਹਨਾਂ ਕੋਲੋਂ ਕੋਰਟਸ ਕੋਲੋਂ ਨਹੀਂ ਰੱਖ ਸਕਦੇ, ਕਿਉਂਕਿ ਕੋਰਟਸ ਦੇ ਜਿਹੜੇ ਅਪਾਇੰਟਮੈਂਟਸ ਵਗੈਰਾ ਹੈ ਉਹਦਾ ਅਖੀਰ ਫਿਰ ਸਰਕਾਰ ਹੀ ਕਰਦੀ ਹੈ। ਤਾਂ ਇਹ ਸਾਰੇ ਕਾਸੇ ਦੇ ਵਾਸਤੇ ਸਾਨੂੰ ਸਿਰਫ ਸਰਕਾਰ ਦੇ ਉੱਤੇ ਕਬਜ਼ਾ ਕਰਨਾ ਚਾਹੀਦਾ ਹੈ। ਜਿਹੜੇ ਜ਼ਿਮੀਂਦਾਰ ਹਨਗੇ ਜਾਂ ਜਿਹੜੇ ਕਿਸਾਨ ਜਿਹੜੇ ਇਸ ਵੇਲੇ ਬੈਠੇ ਨੇ ਦਿੱਲੀ ਦੀਆਂ ਬਰੂਆਂ ਦੇ ਉੱਤੇ, ਜਾਂ ਜਿਨ੍ਹਾਂ ਨੂੰ ਇਹਨਾਂ ਦਾ ਦਰਦ ਹੈ, ਜਿਨ੍ਹਾਂ ਦਾ ਖੂਨ ਕਲ ਡੁੱਲਿਆ, ਤਾਂ ਉਹਨਾਂ ਨੂੰ ਇਹ ਕਸਮ ਖਾਣੀ ਚਾਹੀਦੀ ਅੱਜ ਕਿ ਮੁੜ ਕੇ ਅਸੀਂ ਇਸ ਤਰ੍ਹਾਂ ਲੋਕਾਂ ਦਾ ਖੂਨ ਸੜਕਾਂ ਦੇ ਉੱਤੇ ਨਹੀਂ ਡੁੱਲਣ ਦਿਆਂਗੇ। ਸਾਡੇ ਨੁਮਾਇੰਦੇ ਜਾਣਗੇ ਔਰ ਆਪਣੇ ਪੂਰੇ ਹੱਕ ਦੇ ਨਾਲ ਰੋਕਣਗੇ, ਆਪਣੀਆਂ ਅਦਾਲਤਾਂ ਨੂੰ ਬੇਨਤੀ ਕਰਨਗੇ ਕਿ ਜੀ ਤੁਸੀਂ ਨਿਆਂ ਕਰੋ, ਔਰ ਨਿਆਂ ਉਹਨਾਂ ਕੋਲੋਂ ਮੰਗਣਗੇ ਔਰ ਉਹਨਾਂ ਕੋਲੋਂ ਇਨਸ਼ੋਰ ਕਰਨਗੇ। ਉਹ ਸਾਡੇ ਨੁਮਾਇੰਦੇ ਹੋਣਗੇ, ਇਹ ਉਹਨਾਂ ਦੇ ਨੁਮਾਇੰਦੇ ਨਹੀਂ ਹੋਣਗੇ ਜਿਹੜੇ ਹਾਈ ਕਮਾਂਡ ਬਣਾ ਕੇ ਬੈਠੇ ਆ, ਜਿਹੜੇ ਪਰਿਵਾਰ ਕਬਜ਼ਾ ਕਰ ਲੈਂਦੇ ਆ ਇੱਕ ਵਾਰੀ ਫਿਰ ਮਗਰੋਂ ਨਹੀਂ ਲੈਂਦੇ। ਇਹਨਾਂ ਦੇ ਨੁਮਾਇੰਦੇ ਨਹੀਂ ਹੋਣਗੇ, ਸਾਡੇ ਲੋਕਾਂ ਦੇ ਨੁਮਾਇੰਦੇ ਅਸੀਂ ਭੇਜਾਂਗੇ। ਇਹ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਫੈਸਲਾ ਅੱਜ ਕਰ ਲੈਣਾ ਚਾਹੀਦਾ, ਤਾਂ ਕਿ ਅਗਾਂਹ ਨੂੰ ਇਹੋ ਜਿਹਾ ਕੁਛ ਨਾ ਹੋਵੇ। ਇਸ ਤਰ੍ਹਾਂ ਉਹ ਕਿਸੇ ਬੱਚੇ ਦਾ ਪਿਓ ਹੈ, ਕਿਸੇ ਬੱਚੇ ਦੇ ਕਿਸੇ ਦਾ ਰਿਸ਼ਤੇਦਾਰ ਹੈ, ਕਿਸੇ ਦਾ ਘਰ ਵਾਲਾ ਹੈ, ਉਹਨਾਂ ਨੂੰ ਤੁਸੀਂ ਡਾਂਗਾ ਮਾਰ ਕੇ ਸਿਰ ਪਾੜ ਕੇ ਤੁਸੀਂ ਉਹਨਾਂ ਦੇ ਸਾਹਮਣੇ ਸੁੱਟ ਦਿੰਦੇ ਹੋ। ਬੁੱਚਰਾਂ ਦਾ ਕੰਮ ਹੈ ਇਹ, ਕੋਈ ਪੁਲਿਸ ਦਾ ਤੇ ਆਪਣੀ ਅਮਨ ਚੈਨ ਦੀ ਰੱਖਣ ਵਾਲੀ ਕਿਸੇ ਸੰਸਥਾ ਦਾ ਕੰਮ ਹੈ। ਇਸ ਤਰ੍ਹਾਂ ਦੇ ਕੰਮ ਸਾਰੇ ਬੰਦ ਹੋਣੇ ਚਾਹੀਦੇ ਨੇ, ਲੇਕਿਨ ਬੰਦ ਇਹਨਾਂ ਨੂੰ ਕਾਨੂੰਨ ਨਹੀਂ ਕਰੇਗਾ ਉਨੀ ਦੇਰ ਜਿੰਨੀ ਦੇਰ ਕਾਨੂੰਨ ਨੂੰ ਚਲਾਉਣ ਵਾਲੇ, ਬਣਾਉਣ ਵਾਲੇ ਤੁਸੀਂ ਆਪ ਨਹੀਂ ਹੋਵੋਗੇ, ਲੋਕਾਂ ਦੇ ਨੁਮਾਇੰਦੇ ਨਹੀਂ ਹੋਣਗੇ। ਸ਼ੁਕਰੀਆ ਗੁਰਤੇਜ ਸਿੰਘ ਜੀ, ਧੰਨਵਾਦ ਤੁਹਾਡਾ। ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ IAS ਅਧਿਕਾਰੀ ਸਰਦਾਰ ਗੁਰਤੇਜ ਸਿੰਘ। ਜੋ ਕੁਝ ਹਰਿਆਣਾ ਦੇ ਵਿੱਚ ਹੋਇਆ, ਤਕਰੀਬਨ ਅਸੀਂ ਮੁਲਕ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਤੰਤਰ ਜਿਹੜਾ ਆ, ਅਫਸਰਸ਼ਾਹੀ ਜਿਹੜੀ ਆ, ਉਹ ਸਿਆਸਤਦਾਨਾਂ ਦੇ ਨਾਲ ਮਿਲ ਕੇ ਲੋਕਾਂ ਤੇ ਤਸ਼ੱਦਦ ਕਰਦੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਲੋਕ ਇਸ ਬਾਰੇ ਜਾਗਰੂਕ ਹੋਣ, ਲੋਕਾਂ ਨੂੰ ਪਤਾ ਲੱਗੇ ਕਿ ਸੰਵਿਧਾਨ ਦੇ ਵਿੱਚ ਉਹਨਾਂ ਦੇ ਅਧਿਕਾਰ ਕਿੱਥੇ ਨੇ ਤੇ ਕਾਨੂੰਨ ਕਿੱਥੇ ਕੰਮ ਕਰਦਾ ਆ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।